ਓਕੇ ਸਟੂਡੈਂਟਸ, ਬੇਟਾ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਆਪਣੇ ਗ੍ਰਾਮਰ ਦਾ ਇੱਕ ਟੌਪਿਕ ਸ਼ੁਰੂ ਕੀਤਾ ਹੋਇਆ ਹੈ ਅਨਸੀਨ ਕੰਪਰੀਹੈਂਸ਼ਨ ਦਾ। ਤੇ ਅਸੀਂ ਇਸ ਤੋਂ ਪਹਿਲਾਂ 7 ਕੰਪਰੀਹੈਂਸ਼ਨ ਅਸੀਂ ਆਪਣੇ ਕੰਪਲੀਟ ਬੇਟਾ ਕਰ ਚੁੱਕੇ, ਜੋ ਸਾਡੀ ਗ੍ਰਾਮਰ ਕੰਪੋਜੀਸ਼ਨ ਵਾਲੀ ਬੁੱਕ 'ਚ ਹੈ। +1 ਦੀ ਜੋ ਗ੍ਰਾਮਰ ਬੁੱਕ ਹੈ ਉਸ ਦਾ ਇਹ ਚੈਪਟਰ ਹੈ ਜੀ ਅਨਸੀਨ ਕੰਪਰੀਹੈਂਸ਼ਨ। ਸਭ ਤੋਂ ਪਹਿਲਾ ਕੁਐਸਚਨ ਹੀ ਤੁਹਾਡੇ ਪੇਪਰ 'ਚ ਜਿਹੜਾ ਆਣਾ ਹੈ ਉਹ ਇਹੀ ਆਣਾ ਹੈ, ਇਹਨਾਂ 'ਚੋਂ ਹੀ ਆਣਾ ਹੈ। ਤੇ ਆਪਾਂ ਇਸ ਦੀ ਪ੍ਰੈਕਟਿਸ ਬੇਟਾ ਜਿਹੜੇ ਪਿਛਲੇ 6 ਕੰਪਰੀਹੈਂਸ਼ਨ ਹੈ ਉਹ ਪਹਿਲਾਂ ਕਰ ਚੁੱਕੇ, ਉਹਦੀ ਪ੍ਰੈਕਟਿਸ ਕਰ ਚੁੱਕੇ। ਅੱਜ ਅਸੀਂ ਆਪਣੇ 7ਵੇਂ ਕੰਪਰੀਹੈਂਸ਼ਨ ਦੀ ਬੇਟਾ ਪ੍ਰੈਕਟਿਸ ਕਰਾਂਗੇ। ਇਹ ਸਾਡੀ ਗ੍ਰਾਮਰ ਦੇ ਵਿੱਚ ਹੈ ਜੀ। ਤੁਹਾਨੂੰ ਸਾਰਿਆਂ ਨੂੰ ਮੈਨੂੰ ਲੱਗਦਾ ਗ੍ਰਾਮਰ ਦੀਆਂ ਬੁੱਕਸ ਮਿਲ ਚੁੱਕੀਆਂ ਨੇ, ਤਾਂ ਤੁਸੀਂ ਇਸ ਦੀ ਪ੍ਰੈਕਟਿਸ ਵੀ ਕਰ ਰਹੇ ਹੋਵੋਗੇ। ਮੈਨੂੰ ਕਈ ਬੱਚਿਆਂ ਨੇ ਜੋ ਮੈਂ ਕੰਪਰੀਹੈਂਸ਼ਨ ਪਹਿਲਾਂ 6 ਕਰਵਾ ਚੁੱਕਿਆ ਉਹਦੀਆਂ ਪਿਕਸ ਵੀ ਭੇਜੀਆਂ ਨੇ, ਤਾਂ ਅੱਛੀ ਗੱਲ ਹੈ। ਜਿਨ੍ਹਾਂ ਨੇ ਨਹੀਂ ਭੇਜੀਆਂ ਉਹ ਜ਼ਰੂਰ ਭੇਜੋ। ਤੇ ਬਾਕੀ ਜਿਹੜੇ ਬੱਚਿਆਂ ਨੇ ਪਿਛਲੇ 6 ਕੰਪਰੀਹੈਂਸ਼ਨ ਅਨਸੀਨ ਕੰਪਰੀਹੈਂਸ਼ਨ ਨਹੀਂ ਮੇਰੇ ਲੈਕਚਰ ਸੁਣੇ, ਤਾਂ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਉਹ ਸਾਰੇ ਬੱਚਿਆਂ ਨੂੰ ਕਿ ਉਹ ਮੇਰੇ ਵੀਡੀਓਜ਼ ਦੇਖਣ। ਮੈਂ ਗਰੁੱਪ ਦੇ ਵਿੱਚ ਉਹਨਾਂ ਦੇ ਲਿੰਕ ਸ਼ੇਅਰ ਕੀਤੇ ਹੋਏ ਨੇ, ਤਾਂ ਪਿਛਲੇ ਸਾਰੇ ਕੰਪਰੀਹੈਂਸ਼ਨ ਬੇਟਾ ਚੰਗੀ ਤਰ੍ਹਾਂ ਧਿਆਨ ਨਾਲ ਸੁਣੋ ਤੇ ਉਹਨਾਂ ਨੂੰ ਆਪਣੀਆਂ ਕਾਪੀਜ਼ ਦੇ ਉੱਪਰ ਫੇਅਰ ਨੋਟਬੁੱਕਸ ਦੇ ਉੱਪਰ ਉਤਾਰ ਕੇ ਮੈਨੂੰ ਉਹਦੀਆਂ ਪਿਕਸ ਜ਼ਰੂਰ ਭੇਜਣੀਆਂ ਨੇ। ਅੱਜ ਅਸੀਂ ਆਪਣਾ ਬੇਟਾ 7ਵਾਂ ਕੰਪਰੀਹੈਂਸ਼ਨ ਅਨਸੀਨ ਕੰਪਰੀਹੈਂਸ਼ਨ ਕਰਾਂਗੇ। ਤਾਂ ਬੇਟਾ ਇਹ ਜਿਹੜਾ ਕੰਪਰੀਹੈਂਸ਼ਨ ਹੈ ਬ੍ਰੇਨ ਡਰੇਨ ਦੇ ਟੌਪਿਕ ਦੇ ਉੱਤੇ ਆਧਾਰਿਤ ਹੈ। ਨਾ ਬ੍ਰੇਨ ਡਰੇਨ ਕੀ ਹੈ? ਬ੍ਰੇਨ ਦਾ ਮਤਲਬ ਤਾਂ ਤੁਸੀਂ ਸਾਰਿਆਂ ਨੂੰ ਪਤਾ ਹੈ ਕਿ ਦਿਮਾਗ ਨੂੰ ਬ੍ਰੇਨ ਕਿਹਾ ਜਾਂਦਾ ਹੈ, ਲੇਕਿਨ ਬ੍ਰੇਨ ਡਰੇਨ ਦਾ ਮਤਲਬ ਕੀ ਹੈ? ਤਾਂ ਪਹਿਲੀ ਲਾਈਨ ਦੇ ਵਿੱਚ ਹੀ ਬੇਟਾ ਇਹਦਾ ਆਨਸਰ ਹੈ। ਦੇਖੋ ਕਹਿੰਦੇ ਬ੍ਰੇਨ ਡਰੇਨ ਆਲਸੋ ਰੈਫਰ ਟੂ ਐਜ਼ ਹਿਊਮਨ ਕੈਪੀਟਲ ਫਲਾਈਟ। ਹਿਊਮਨ ਕਿਹਨੂੰ ਕਹਿੰਦੇ ਆ? ਹਿਊਮਨ ਇਨਸਾਨ ਨੂੰ ਕਹਿੰਦੇ ਆ। ਕੈਪੀਟਲ ਫਲਾਈਟ, ਕੈਪੀਟਲ ਦਾ ਮਤਲਬ ਪੂੰਜੀ ਹੁੰਦਾ ਹੈ ਨਾ, ਧਨ ਨੂੰ ਕਿਹਾ ਜਾਂਦਾ ਹੈ ਕੈਪੀਟਲ। ਤੇ ਫਲਾਈਟ ਦਾ ਮਤਲਬ ਜਦੋਂ ਆਪਾਂ ਜਿਵੇਂ ਫਲਾਈਟ ਲੈਂਦੇ ਆ ਨਾ, ਕਹਿੰਦੇ ਜੀ ਕੈਨੇਡਾ ਦੀ ਫਲਾਈਟ ਚੜ੍ਹ ਗਿਆ ਮੁੰਡਾ, ਕੁੜੀ ਚਲੀ ਗਈ USA ਫਲਾਈਟ ਚੜ੍ਹ ਕੇ, ਤਾਂ ਐਵੇਂ ਆਪਾਂ ਇਹ ਗੱਲਾਂ ਕਰਦੇ ਹਾਂ। ਲੇਕਿਨ ਹਿਊਮਨ ਕੈਪੀਟਲ ਫਲਾਈਟ ਦਾ ਮਤਲਬ ਹੈ ਜਦੋਂ ਇਨਸਾਨ ਜਾਂਦਾ ਹੈ ਇੱਕ ਦੇਸ਼ ਤੋਂ ਦੂਸਰੇ ਦੇਸ਼, ਯਾਨੀ ਕਿ ਇੱਕ ਦੇਸ਼ ਨੂੰ ਛੱਡ ਕੇ ਦੂਸਰੇ ਦੇਸ਼ ਜਾਂਦਾ ਹੈ ਰੋਜ਼ੀ ਰੋਟੀ ਦੇ ਲਈ, ਉੱਥੇ ਰਹਿਣ ਦੇ ਲਈ, ਆਪਣਾ ਪਹਿਲਾ ਦੇਸ਼ ਛੱਡ ਕੇ, ਉਹਨੂੰ ਅਸੀਂ ਕਹਿੰਦੇ ਆ ਹਿਊਮਨ ਕੈਪੀਟਲ ਫਲਾਈਟ। ਤੇ ਉਹਦੇ ਇੱਕ ਨਾਮ ਦਿੱਤਾ ਜਾਂਦਾ ਹੈ ਬ੍ਰੇਨ ਡਰੇਨ। ਬ੍ਰੇਨ ਡਰੇਨ ਕਿਹਾ ਜਾਂਦਾ ਹੈ ਇਸਨੂੰ। ਤੇ ਅੱਗੇ ਫਿਰ ਇਸ ਨੂੰ ਹੋਰ ਜ਼ਿਆਦਾ ਉਹਦੇ ਚ ਦੱਸਿਆ ਹੋਇਆ, ਕਹਿੰਦੇ ਬ੍ਰੇਨ ਡਰੇਨ ਜਾਂ ਹਿਊਮਨ ਕੈਪੀਟਲ ਫਲਾਈਟ ਇਜ਼ ਦੀ ਐਕਸ਼ਨ ਆਫ ਹੈਵਿੰਗ ਹਾਈਲੀ ਸਕਿਲਡ ਐਂਡ ਐਜੂਕੇਟਿਡ ਪੀਪਲ ਲਿਵਿੰਗ ਦੇਅਰ ਕੰਟਰੀ ਟੂ ਵਰਕ ਅਬਰੋਡ। ਬ੍ਰੇਨ ਡਰੇਨ ਦਾ ਮਤਲਬ ਕੀ ਹੈ ਕਿ ਇਹ ਇੱਕ ਅਜਿਹਾ ਐਕਸ਼ਨ ਹੈ, ਇੱਕ ਅਜਿਹੀ ਇਹ ਚੀਜ਼ ਹੈ ਜਿਹਦੇ ਨਾਲ ਬਹੁਤ ਹੀ ਜ਼ਿਆਦਾ ਸਕਿਲਡ, ਹਾਈਲੀ ਸਕਿਲਡ, ਤਜਰਬੇਕਾਰ, ਸਕਿਲ ਦਾ ਮਤਲਬ ਹੁੰਦਾ ਤਜਰਬੇਕਾਰ, ਅਤੇ ਪੜ੍ਹੇ ਲਿਖੇ ਲੋਕ, ਐਜੂਕੇਟਿਡ ਪੀਪਲ, ਪੜ੍ਹੇ ਲਿਖੇ ਲੋਕ, ਲੀਵਿੰਗ ਦੇਅਰ ਕੰਟਰੀ, ਆਪਣੀ ਕੰਟਰੀ ਨੂੰ ਲੀਵ ਕਰਦੇ ਆ, ਛੱਡ ਕੇ ਜਾਂਦੇ ਆ, ਕਾਦੇ ਲਈ? ਟੂ ਵਰਕ ਅਬਰੋਡ, ਬਾਹਰ, ਅਬਰੋਡ ਦਾ ਮਤਲਬ ਵਿਦੇਸ਼, ਬਾਹਰ ਕੰਮ ਕਰਨ ਦੇ ਲਈ। ਤਾਂ ਪੂਰੀ ਲਾਈਨ ਦਾ ਮਤਲਬ ਕੀ ਹੋ ਗਿਆ ਕਿ ਬ੍ਰੇਨ ਡਰੇਨ ਇੱਕ ਅਜਿਹੀ ਚੀਜ਼ ਹੈ ਜਿਸ ਦੇ ਵਿੱਚ ਜਿਹੜੇ ਲੋਕ ਨੇ ਉਹ ਆਪਣੇ ਦੇਸ਼ ਨੂੰ ਛੱਡ ਜਾਂਦੇ ਨੇ ਤਾਂ ਕਿ ਦੂਜੇ ਦੇਸ਼ ਉਹ ਜਾ ਕੇ ਕੰਮ ਕਰ ਸਕਣ। ਤੇ ਉਹ ਜਿਹੜੇ ਲੋਕ ਛੱਡ ਕੇ ਜਾਂਦੇ ਨੇ ਉਹ ਬਹੁਤ ਹੀ ਤਜਰਬੇਕਾਰ ਹੁੰਦੇ ਨੇ ਤੇ ਪੜ੍ਹੇ ਲਿਖੇ ਹੁੰਦੇ ਨੇ। ਹੁਣ ਤੁਸੀਂ ਬੇਟਾ ਇਹ ਲਾਈਨ ਤੋਂ ਇੱਕ ਗੱਲ ਸਮਝੋ ਕਿ ਇਸ ਨੂੰ ਬ੍ਰੇਨ ਡਰੇਨ ਕਿਉਂ ਕਿਹਾ ਜਾਂਦਾ ਹੈ? ਬ੍ਰੇਨ ਡਰੇਨ ਇਸ ਕਰਕੇ ਕਿਉਂਕਿ ਦੇਖੋ ਉਹ ਲੋਕੀ ਪੜ੍ਹੇ ਲਿਖੇ ਨੇ ਤੇ ਬਹੁਤ ਹੀ ਜ਼ਿਆਦਾ ਤਜਰਬੇਕਾਰ ਨੇ। ਜੇ ਉਹ ਸਾਡੇ ਦੇਸ਼ 'ਚ ਰਹਿਣ ਤਾਂ ਆਪਣਾ ਬ੍ਰੇਨ ਯੂਜ਼ ਕਰਨ, ਆਪਣਾ ਦਿਮਾਗ ਯੂਜ਼ ਕਰਕੇ ਸਾਡੇ ਦੇਸ਼ ਨੂੰ ਉਹ ਤਰੱਕੀ ਦੇ ਰਾਹਾਂ ਤੇ ਲੈ ਕੇ ਜਾਣ। ਲੇਕਿਨ ਉਹ ਆਪਣਾ ਬ੍ਰੇਨ ਸਾਡੇ ਦੇਸ਼ ਦੇ ਉੱਪਰ ਲਗਾਉਣ ਦੀ ਬਜਾਏ ਬਾਹਰ ਜਾ ਕੇ ਹੋਰਾਂ ਦੇਸ਼ਾਂ ਦੇ ਉਹਨਾਂ ਦੀ ਤਰੱਕੀ ਦੇ ਲਈ ਕੰਮ ਕਰ ਰਹੇ ਨੇ, ਸਾਡੇ ਦੇਸ਼ 'ਚ ਨਹੀਂ ਉਹ ਕੰਮ ਕਰ ਰਹੇ। ਤਾਂ ਇਸ ਚੀਜ਼ ਨੂੰ ਅਸੀਂ ਬ੍ਰੇਨ ਡਰੇਨ ਕਹਿੰਦੇ ਹਾਂ। ਅੱਗੇ ਜੀ, it has actually become one of the serious concerns for the developing nations। ਤਾਂ ਬੇਟਾ ਡਿਵੈਲਪਿੰਗ ਨੇਸ਼ਨਸ ਕੀ ਹੁੰਦੇ ਨੇ? ਵਿਕਾਸਸ਼ੀਲ ਦੇਸ਼। ਡਿਵੈਲਪ ਤੋਂ ਮਤਲਬ ਵਿਕਾਸ ਹੁੰਦਾ ਹੈ, ਡਿਵੈਲਪਿੰਗ ਦਾ ਮਤਲਬ ਵਿਕਾਸਸ਼ੀਲ ਦੇਸ਼। ਨੇਸ਼ਨ ਦਾ ਮਤਲਬ ਰਾਸ਼ਟਰ, ਦੇਸ਼ ਕਹਿ ਲਓ। ਦੋ ਤਰ੍ਹਾਂ ਦੇ ਦੇਸ਼ ਹੈ ਬੇਟਾ, ਤਿੰਨ ਤਰ੍ਹਾਂ ਦੇ ਨੇ ਵੈਸੇ ਤਾਂ। ਜਿਵੇਂ ਡਿਵੈਲਪਡ ਕੰਟਰੀਜ਼ ਨੇ ਜਿਨ੍ਹਾਂ ਨੂੰ, ਜਿਹਦੇ ਚ ਆਪਾਂ USA ਵਗੈਰਾ ਦੇਸ਼ ਲੈ ਲੈਂਦੇ ਆ, UK ਲੈ ਲੈਂਦੇ ਆ, ਇਹ ਡਿਵੈਲਪਡ ਵਿਕਸਿਤ ਕੰਟਰੀਆਂ ਨੇ, ਇਹ ਸਾਡੇ ਸਮਾਜਿਕ ਦੇ ਟੌਪਿਕ ਚ ਪੜ੍ਹਿਆ। ਦੂਸਰੇ ਹੁੰਦੇ ਨੇ ਡਿਵੈਲਪਿੰਗ, ਜਿਹਦੇ ਚ ਸਾਡਾ ਇੰਡੀਆ ਸ਼ਾਮਿਲ ਹੈ ਕਿ ਇਹ ਵਿਕਾਸਸ਼ੀਲ ਹੈ, ਡਿਵੈਲਪ ਨਹੀਂ ਹੋਇਆ ਲੇਕਿਨ ਹਜੇ ਵਿਕਾਸ ਦੇ ਰਸਤੇ ਤੇ ਹੈ, ਵਿਕਾਸਸ਼ੀਲ ਹੈ। ਤੇ ਤੀਸਰਾ ਕੀ ਹੈ ਜੀ? ਅੰਡਰ ਡਿਵੈਲਪਡ ਕੰਟਰੀਜ਼, ਜਿਹੜੇ ਅਵਿਕਸਿਤ ਦੇਸ਼ ਨੇ, ਜਿਹੜੇ ਨਾ ਤਾਂ ਵਿਚਾਰੇ ਹਜੇ ਵਿਕਾਸ ਦੇ ਰਾਹਾਂ ਤੇ ਨੇ, ਬਹੁਤ ਹੀ ਪਛੜੇ ਹੋਏ ਨੇ, ਉਹ ਹੋ ਜਾਂਦੇ ਨੇ। ਤਾਂ ਇੱਥੇ ਡਿਵੈਲਪਿੰਗ ਨੇਸ਼ਨਸ ਦੀ ਗੱਲ ਹੋ ਰਹੀ ਹੈ। ਕਹਿੰਦੇ ਜਿਹੜੇ ਡਿਵੈਲਪਿੰਗ ਨੇਸ਼ਨਸ ਨੇ, ਜਿਹੜੇ ਵਿਕਾਸਸ਼ੀਲ ਦੇਸ਼ ਨੇ, ਉਹਨਾਂ ਦੇ ਵਿੱਚ ਇਹ ਬਹੁਤ ਹੀ ਸੀਰੀਅਸ ਕੰਸਰਨ ਹੈ, ਮਤਲਬ ਕਿ ਬਹੁਤ ਹੀ ਗੰਭੀਰ ਸਮੱਸਿਆ ਹੈ ਇਹ ਬਣ ਗਈ ਹੈ ਸਮੱਸਿਆ। ਇਟ ਕਿਹਨੂੰ ਕਿਹਾ ਗਿਆ? ਬ੍ਰੇਨ ਡਰੇਨ।
ਕਿ ਜਿਹੜੀ ਬ੍ਰੇਨ ਡਰੇਨ ਵਾਲੀ ਸਮੱਸਿਆ ਹੈ ਇਹ ਡਿਵੈਲਪਿੰਗ ਨੇਸ਼ਨਸ ਦੇ ਵਿੱਚ ਬੜੀ ਗੰਭੀਰ ਬਣ ਗਈ ਹੈ। ਕਿਉਂਕਿ ਦੇਖੋ ਜਿਹੜਾ ਦੇਸ਼ ਵਿਕਾਸ ਕਰ ਰਿਹਾ ਹੈ, ਵਿਕਾਸ ਦੇ ਰਸਤੇ ਤੇ ਹੈ, ਜੇ ਉਸ ਦੇਸ਼ ਨੂੰ ਵਿਕਾਸ ਦੇ ਰਸਤੇ ਤੇ ਲੈ ਕੇ ਜਾਣ ਵਾਲੇ ਸਕਿਲਡ ਵਰਕਰਸ, ਸਕਿਲਡ ਜਿਹੜੇ ਲੋਕ ਨੇ, ਐਜੂਕੇਟਿਡ ਲੋਕ ਨੇ, ਉਹ ਇੱਥੇ ਹੀ ਨਹੀਂ ਰਹਿਣਗੇ ਤਾਂ ਫਿਰ ਉਹ ਵਿਚਾਰਾ ਦੇਸ਼ ਵਿਕਸਿਤ ਕਿਵੇਂ ਹੋਏਗਾ, ਵਿਕਾਸ ਕਿਵੇਂ ਕਰੇਗਾ। ਤਾਂ ਇਹ ਗੰਭੀਰ ਮੁੱਦਾ ਹੈ। While many people believe that immigration is a personal choice that must be understood and respected, others look at this phenomena from a different perspective. ਕਹਿੰਦੇ ਕਈ ਲੋਕ, many people, ਹਾਲਾਂਕਿ ਕਈ ਲੋਕ ਹੈ ਜਿਹੜੇ ਉਹ ਇਹ ਬਿਲੀਵ ਕਰਦੇ ਹੈ, ਵਿਸ਼ਵਾਸ ਕਰਦੇ ਨੇ ਕਿ ਜਿਹੜੀ ਇਮੀਗ੍ਰੇਸ਼ਨ ਹੈ ਉਹ ਇੱਕ ਪਰਸਨਲ ਚੁਆਇਸ ਹੈ, ਮਤਲਬ ਕਿ ਇਹ ਇੱਕ ਨਿੱਜੀ ਮਾਮਲਾ ਹੈ। ਨਾ ਇਮੀਗ੍ਰੇਸ਼ਨ ਦਾ ਮਤਲਬ ਸਮਝੋ ਕੀ ਹੈ। ਇਮੀਗ੍ਰੇਸ਼ਨ ਤੁਸੀਂ ਸੁਣਿਆ ਹੋਣਾ ਬਹੁਤ ਵਾਰੀ, ਪਿੰਡਾਂ 'ਚ ਸ਼ਹਿਰਾਂ 'ਚ ਪੋਸਟਰ ਲੱਗੇ ਹੋਏ ਨਾ, ਕੈਨੇਡਾ ਏਦਾਂ ਦੇ ਤਾਂ ਤੁਸੀਂ ਦੇਖੇ ਹੋਣੇ। ਇਮੀਗ੍ਰੇਸ਼ਨ ਦਾ ਮਤਲਬ ਹੁੰਦਾ ਬੇਟਾ ਵੀ ਜਦੋਂ ਆਪਾਂ ਕਿਸੇ ਦੂਸਰੇ ਦੇਸ਼ ਦੇ ਵਿੱਚ ਜਾ ਕੇ ਉੱਥੇ ਕਾਰੋਬਾਰ ਕਰਨ ਲੱਗ ਜਾਈਏ, ਉੱਥੇ ਰਹਿਣ ਲੱਗ ਜਾਈਏ, ਉਹਨੂੰ ਕਹਿੰਦੇ ਨੇ, ਆਪਣਾ ਦੇਸ਼ ਛੱਡ ਕੇ ਦੂਜੇ ਦੇਸ਼ ਜਾ ਕੇ ਕਾਰੋਬਾਰ ਕਰਨ ਲੱਗ ਜਾਈਏ, ਪੱਕੇ ਤੌਰ ਤੇ ਉੱਥੇ ਰਹਿਣ ਲੱਗ ਜਾਈਏ, ਉਹਨੂੰ ਆਪਾਂ ਇਮੀਗ੍ਰੇਸ਼ਨ ਕਹਿੰਦੇ ਹਾਂ। ਕਹਿੰਦੇ ਹੁਣ ਜਿਹੜੀ ਇਮੀਗ੍ਰੇਸ਼ਨ ਦਾ ਮਤਲਬ ਹੈ, ਇਮੀਗ੍ਰੇਸ਼ਨ ਦਾ ਜਿਹੜਾ ਮਾਮਲਾ ਹੈ ਇਹ ਨਿੱਜੀ ਮਾਮਲਾ ਹੈ, ਪਰਸਨਲ ਚੁਆਇਸ ਹੈ। ਤਾਂ ਕੋਈ ਬੰਦਾ ਬਾਹਰ ਜਾਣਾ ਚਾਹੁੰਦਾ ਹੈ, ਕੈਨੇਡਾ ਜਾਣਾ ਚਾਹੁੰਦਾ ਹੈ, USA ਜਾਣਾ ਚਾਹੁੰਦਾ, ਉਹਦਾ ਪਰਸਨਲ ਮਾਮਲਾ ਹੈ ਤੇ ਇਸ ਨੂੰ ਸਾਨੂੰ ਸਮਝਣਾ ਚਾਹੀਦਾ ਹੈ। ਆਹ ਚੀਜ਼ ਨੂੰ that must be understood, ਤੇ ਇਹ ਜਿਹੜਾ ਪਰਸਨਲ ਮਾਮਲਾ ਹੈ, ਨਿੱਜੀ ਮਾਮਲਾ ਹੈ, ਇਸ ਨੂੰ ਸਾਨੂੰ ਸਮਝਣਾ ਚਾਹੀਦਾ ਹੈ ਅਤੇ ਇਸ ਦਾ ਸਾਨੂੰ ਆਦਰ ਵੀ ਕਰਨਾ ਚਾਹੀਦਾ। ਜੇ ਕੋਈ ਬਾਹਰ ਬੰਦਾ ਜਾ ਰਿਹਾ ਹੈ, ਉਹਦੀ ਮਰਜ਼ੀ ਹੈ, ਤਾਂ ਸਾਨੂੰ ਉੱਚ ਕਿੰਤੂ ਪਰੰਤੂ ਨਹੀਂ ਕਰਨੀ ਚਾਹੀਦੀ, ਬਾਹਰ ਚਲਿਆ ਜਾਵੇ। ਜਦ ਕਿ ਕੁਝ ਲੋਕ, ਹੁਣ ਇਹ ਤਾਂ ਕੁਝ ਬੰਦੇ, ਕਾਫੀ ਬੰਦੇ ਸੋਚਦੇ ਨੇ, ਅਦਰਸ ਬਾਕੀ ਲੋਕ ਕੀ ਸੋਚਦੇ ਨੇ, ਉਹ ਇਸ ਨੂੰ ਇੱਕ ਅਲੱਗ ਤਰੀਕੇ ਨਾਲ, ਅਲੱਗ ਸਮਝ ਦੇ ਨਾਲ, ਡਿਫਰੈਂਟ ਪਰਸਪੈਕਟਿਵ ਦਾ ਮਤਲਬ ਉਹਦੀ ਆਪਣੀ ਸਮਝ ਹੈ, ਅਲੱਗ ਸਮਝ ਦੇ ਨਾਲ ਇਸ ਚੀਜ਼ ਨੂੰ ਦੇਖਦੇ ਨੇ। ਫਿਨੋਮੀਨਾ ਮਤਲਬ ਜਿਹੜੀ ਇਵੈਂਟ ਹੋ ਰਹੀ ਹੈ, ਘਟਨਾ ਹੋ ਰਹੀ ਹੈ ਬਾਹਰ ਜਾਣ ਦੀ, ਬਾਹਰ ਜਾ ਕੇ ਸੈਟਲ ਹੋਣ ਦੀ, ਇਮੀਗ੍ਰੇਸ਼ਨ ਨੂੰ ਕਿਹਾ ਜਾ ਰਿਹਾ ਹੈ, ਕਿ ਇਸ ਚੀਜ਼ ਨੂੰ ਅਲੱਗ ਤਰੀਕੇ ਨਾਲ ਸੋਚਦੇ ਨੇ। ਇੱਕ ਤਬਕਾ ਤਾਂ ਲੋਕਾਂ ਦਾ ਇਹ ਸੋਚਦਾ ਹੈ ਕਿ ਪਰਸਨਲ ਚੋਇਸ ਹੈ, ਲੇਕਿਨ ਦੂਸਰੇ ਲੋਕ ਇਸ ਨੂੰ ਅਲੱਗ ਤਰੀਕੇ ਨਾਲ ਸੋਚਦੇ ਨੇ। ਉਹ ਕੀ ਸੋਚਦੇ ਨੇ, what makes these people leave their country, their own people, should be seriously considered and a distinction between pull and push factors must be made. ਹੁਣ ਉਹ ਕਹਿੰਦੇ ਨੇ, ਕਹਿੰਦੇ ਜਿਹੜੇ ਇਹ ਲੋਕ, those people ਦਾ ਮਤਲਬ ਉਹ ਲੋਕ ਜੋ ਦੇਸ਼ ਛੱਡ ਕੇ ਦੂਸਰੇ ਦੇਸ਼ ਜਾ ਰਹੇ ਨੇ, ਉਹ ਲੀਵ देयर ਕੰਟਰੀ, ਆਪਣੇ ਦੇਸ਼ਾਂ ਨੂੰ ਛੱਡ ਰਹੇ ਨੇ, ਦੇਅਰ ਆਪਣੇ ਦੇਸ਼ਾਂ ਨੂੰ ਛੱਡ ਰਹੇ ਨੇ, ਆਪਣੇ ਲੋਕਾਂ ਨੂੰ ਛੱਡ ਰਹੇ ਨੇ, देयर ओन पीपल, ਆਪਣੇ ਲੋਕਾਂ ਨੂੰ ਛੱਡ ਰਹੇ ਨੇ। ਉਹਨਾਂ ਨੂੰ ਸਾਨੂੰ ਗੰਭੀਰਤਾ ਦੇ ਨਾਲ ਕੰਸੀਡਰ ਕਰਨਾ ਚਾਹੀਦਾ, ਸਮਝਣਾ ਚਾਹੀਦਾ, ਸੀਰੀਅਸਲੀ ਕੰਸੀਡਰਡ, ਗੰਭੀਰਤਾ ਦੇ ਨਾਲ ਸਮਝਣਾ ਚਾਹੀਦਾ ਹੈ ਅਤੇ ਇੱਕ ਡਿਸਟਿੰਕਸ਼ਨ, ਇੱਕ ਅਲੱਗ ਤੌਰ ਤੇ ਸਾਨੂੰ ਦੇਖਣਾ ਚਾਹੀਦਾ। ਡਿਸਟਿੰਕਸ਼ਨ ਮਤਲਬ ਵੱਖਰੇ ਤੌਰ ਤੇ ਸਾਨੂੰ ਦੇਖਣਾ ਚਾਹੀਦਾ ਦੋ ਚੀਜ਼ਾਂ ਨੂੰ। ਕੀ ਹੈ ਜੀ, ਪੁੱਲ ਐਂਡ ਪੁਸ਼ ਫੈਕਟਰਸ, ਪੁੱਲ ਫੈਕਟਰਸ ਐਂਡ ਪੁਸ਼ ਫੈਕਟਰਸ। ਇਹ ਬੜਾ ਇੰਪੋਰਟੈਂਟ ਹੈ ਇਸ ਟੌਪਿਕ ਦੇ ਵਿੱਚ, ਧਿਆਨ ਰੱਖਿਓ ਕਿ ਪੁੱਲ ਫੈਕਟਰਸ ਤੇ ਪੁਸ਼ ਫੈਕਟਰਸ ਦੇ ਵਿੱਚ ਸਾਨੂੰ ਡਿਸਟਿੰਕਸ਼ਨ ਕਰਨੀ ਚਾਹੀਦੀ ਹੈ। ਸਾਨੂੰ ਇਹਨਾਂ ਦੋਨਾਂ ਨੂੰ ਅਲੱਗ-ਅਲੱਗ ਤੌਰ ਤੇ ਦੇਖਣਾ ਚਾਹੀਦਾ ਹੈ ਕਿ ਪੁੱਲ ਫੈਕਟਰਸ ਕੀ ਨੇ, ਪੁਸ਼ ਫੈਕਟਰਸ ਕੀ ਨੇ। ਇਸ ਲਾਈਨ ਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜੇ ਕੁਝ ਲੋਕ ਨੇ ਉਹ ਤਾਂ ਇਹ ਸੋਚਦੇ ਨੇ ਕਿ ਜਿਹੜੀ ਇਮੀਗ੍ਰੇਸ਼ਨ ਹੈ, ਬਾਹਰ ਜਾ ਕੇ ਸੈਟਲ ਹੋਣ ਦੀ ਜਿਹੜੀ ਗੱਲ ਹੈ, ਇਹ ਪਰਸਨਲ ਚੁਆਇਸ ਹੈ। ਲੇਕਿਨ ਕੁਝ ਲੋਕ ਇਹ ਸੋਚਦੇ ਨੇ ਵੀ ਇਹ ਬੰਦੇ ਐਵੇਂ ਕਰਦੇ ਕਿਉਂ ਨੇ, ਉਹ ਦੇਸ਼ ਆਪਣਾ ਛੱਡ ਕੇ ਦੂਜੇ ਦੇਸ਼ ਕਿਉਂ ਜਾਂਦੇ ਨੇ। ਤਾਂ ਇਹਦੇ 'ਚ ਦੋ ਤਰ੍ਹਾਂ ਦੀਆਂ ਚੀਜ਼ਾਂ ਨੇ, ਇੱਕ ਪੁੱਲ ਫੈਕਟਰਸ ਨੇ, ਇੱਕ ਪੁਸ਼ ਫੈਕਟਰਸ ਨੇ। ਹੁਣ ਇਹ ਸਾਨੂੰ ਦੋਨਾਂ ਨੂੰ, ਪੁਸ਼ ਫੈਕਟਰਸ ਤੇ ਪੁੱਲ ਫੈਕਟਰਸ ਨੂੰ ਅਲੱਗ-ਅਲੱਗ ਤੌਰ ਤੇ ਦੇਖਣਾ ਚਾਹੀਦਾ ਹੈ, ਫਿਰ ਸਮਝਣਾ ਚਾਹੀਦਾ ਹੈ ਕਿ ਇਹ ਬੰਦੇ ਬਾਹਰ ਕਿਉਂ ਜਾਂਦੇ ਨੇ। ਨਾ ਪੁੱਲ ਤੇ ਪੁਸ਼ ਦਾ ਮਤਲਬ ਕੀ ਹੁੰਦਾ ਬੇਟਾ, ਤੁਸੀਂ ਕਈ ਵਾਰੀ ਸ਼ਾਪਸ 'ਚ ਜਾਂਦੇ ਹੋ, ਸ਼ੋਰੂਮ 'ਚ ਜਾਂਦੇ ਹੋ, ਅੱਜ ਕੱਲ ਦਾ ਸਾਰਿਆਂ ਦੇ ਲਿਖਿਆ ਹੁੰਦਾ ਹੈ ਦਰਵਾਜ਼ੇ ਦੇ ਬਾਹਰ ਪੁੱਲ ਜਾਂ ਪੁਸ਼, ਹੈ ਨਾ। ਤਾਂ ਪੁਸ਼ ਦਾ ਮਤਲਬ ਹੁੰਦਾ ਹੈ ਆਪਾਂ ਨੂੰ ਪੁਸ਼ ਕਰਨਾ ਹੈ, ਪੁਸ਼ ਕਰਕੇ ਅੰਦਰ ਨੂੰ ਜਾਣਾ ਹੈ। ਪੁੱਲ ਦਾ ਮਤਲਬ ਸ਼ੀਸ਼ੇ ਨੂੰ ਬਾਹਰ ਨੂੰ ਕਰਨਾ ਹੈ ਤਾਂ ਅੰਦਰ ਜਾਣਾ ਹੈ, ਐਵੇਂ ਲਿਖਿਆ ਹੁੰਦਾ ਨਾ। ਤਾਂ ਉਹੀ ਚੀਜ਼ ਹੈ ਇਹ ਕਿ ਪੁਸ਼ ਦਾ ਮਤਲਬ ਕਿ ਧੱਕਾ ਲਾਣਾ, ਪੁੱਲ ਦਾ ਮਤਲਬ ਆਪਣੇ ਵੱਲ ਖਿੱਚਣਾ। ਤਾਂ ਪੁੱਲ 'ਚ ਕੋਈ ਚੀਜ਼ ਤੁਹਾਨੂੰ ਆਪਣੇ ਵੱਲ ਖਿੱਚਦੀ ਹੈ। ਤਾਂ ਪਹਿਲਾਂ ਪੁਸ਼ ਫੈਕਟਰ ਤੇ ਪੁੱਲ ਫੈਕਟਰ ਨੂੰ ਸਮਝਣ ਤੋਂ ਪਹਿਲਾਂ ਸਮਝੋ ਕਿ ਇਹ ਹੈ ਕੀ ਹੈ। ਪੁੱਲ ਫੈਕਟਰ ਦੇ ਵਿੱਚ ਕੀ ਹੁੰਦੀ ਹੈ ਕਿ ਕੋਈ ਚੀਜ਼ ਤੁਹਾਨੂੰ ਆਪਣੇ ਵੱਲ ਖਿੱਚਦੀ ਹੈ, ਪੁੱਲ ਫੈਕਟਰ ਹੋ ਗਿਆ। ਪੁਸ਼ ਫੈਕਟਰ ਕੋਈ ਚੀਜ਼ ਤੁਹਾਨੂੰ ਆਪਣੇ ਤੋਂ ਦੂਰ ਧੱਕਦੀ ਹੈ, ਉਹ ਪੁਸ਼ ਫੈਕਟਰ ਹੋ ਗਿਆ। ਜਿਹੜੀ ਚੀਜ਼ ਤੁਹਾਨੂੰ ਆਪਣੇ ਤੋਂ ਦੂਰ ਤੱਕ ਰਹੀ ਹੈ ਉਹ ਪੁਸ਼ ਫੈਕਟਰ ਹੋ ਗਿਆ। ਜਿਹੜੀ ਚੀਜ਼ ਤੁਹਾਨੂੰ ਆਪਣੇ ਵੱਲ ਖਿੱਚ ਰਹੀ ਹੈ ਉਹ ਪੁੱਲ ਫੈਕਟਰ ਹੋ ਗਿਆ। ਹੁਣ ਆਪਾਂ ਇਹਨੂੰ ਇੱਕ ਦੇਸ਼ ਦੇ ਨਾਲ ਜੋੜਦੇ ਹਾਂ। ਆਪਾਂ ਅੱਜ ਦੀ ਗੱਲ ਕਰਦੇ ਹਾਂ, ਜਿਵੇਂ ਹੁਣ ਆਪਣੇ ਪੰਜਾਬ ਦੇ ਬੱਚੇ ਬਹੁਤ ਸਾਰੇ ਮੁੰਡੇ ਕੁੜੀਆਂ ਕੈਨੇਡਾ ਜਾਣ 'ਚ ਬੜੇ ਇੰਟਰਸਟਿਡ ਹੈ, ਤਾਂ ਕੈਨੇਡਾ ਉਹਨਾਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ। ਤਾਂ ਕੈਨੇਡਾ ਕੀ ਕਰ ਰਿਹਾ ਹੈ, ਪੁੱਲ ਫੈਕਟਰ ਹੈ। ਉਹਨਾਂ ਦੇ ਲਈ ਕੈਨੇਡਾ ਕੀ ਹੈ, ਪੁੱਲ ਫੈਕਟਰ ਹੈ। ਜਦ ਕਿ ਉਹ ਇੰਡੀਆ ਛੱਡ ਕੇ ਜਾਣਾ ਚਾਹੁੰਦੇ ਨੇ, ਉਹ ਇੰਡੀਆ 'ਚ ਕੁਝ ਚੀਜ਼ਾਂ ਉਹਨਾਂ ਨੂੰ ਪਸੰਦ ਨਹੀਂ, ਉਹ ਇਹਨਾਂ ਨੂੰ ਛੱਡ ਕੇ ਜਾਣਾ ਚਾਹੁੰਦੇ ਨੇ, ਇਹ ਕੀ ਹੈ, ਪੁਸ਼ ਫੈਕਟਰ ਹੈ। ਤਾਂ ਇਸ ਤਰੀਕੇ ਦੇ ਨਾਲ ਤੁਸੀਂ ਸਮਝੋਗੇ ਤੁਹਾਨੂੰ ਪੈਰਾ ਕਲੀਅਰ ਹੋ ਜਾਊਗਾ। ਹੁਣ ਆਪਾਂ ਅੱਗੇ ਚੱਲਦੇ ਹਾਂ। ਕਹਿੰਦੇ ਦਾ ਪੁਸ਼ ਫੈਕਟਰਸ ਇਨਕਲੂਡ ਲੋ ਵੇਜਿਸ ਐਂਡ ਲੈਕ ਆਫ ਸੈਟਿਸਫੈਕਟਰੀ ਵਰਕਿੰਗ ਐਂਡ ਲਿਵਿੰਗ ਕੰਡੀਸ਼ਨਸ।
ਹੁਣ ਕਹਿੰਦੇ ਪੁਸ਼ ਫੈਕਟਰਸ ਕੀ ਨੇ, ਪੁਸ਼ ਫੈਕਟਰਸ ਦੇ ਵਿੱਚ ਕੀ ਕੁਝ ਆ ਜਾਂਦਾ, ਇਨਕਲੂਡ ਦਾ ਮਤਲਬ ਕੀ ਕੁਝ ਆ ਜਾਂਦਾ ਹੈ ਕਿ ਲੋ ਵੇਜਿਸ, ਇੱਥੇ ਘੱਟ ਪੈਸੇ ਮਿਲਦੇ ਨੇ, ਘੱਟ ਮਿਹਨਤਾਨਾ ਮਿਲਦਾ ਹੈ, ਵੇਜਿਸ ਦਾ ਮਤਲਬ ਮਿਹਨਤਾਨਾ, ਲੋ ਘੱਟ ਮਿਲਦਾ ਹੈ, ਐਂਡ ਲੈਕ ਆਫ ਸੈਟਿਸਫੈਕਟਰੀ ਵਰਕਿੰਗ ਐਂਡ ਲਿਵਿੰਗ ਕੰਡੀਸ਼ਨਸ, ਅਤੇ ਸੰਤੋਸ਼ਜਨਕ ਵਰਕਿੰਗ ਕੰਮ ਕਰਨ ਦੀਆਂ ਅਤੇ ਰਹਿਣ ਦੀਆਂ ਜਿਹੜੀਆਂ ਹਾਲਤਾਂ ਨੇ ਉਹ ਲੈਕ ਕਰਦੀਆਂ ਨੇ। ਲੈਕ ਦਾ ਮਤਲਬ ਹੈ ਨਹੀਂ, ਹੁਣ ਇੰਡੀਆ ਸਾਡੇ ਪੰਜਾਬ ਚੋਂ ਕਈ ਬੱਚੇ ਬਾਹਰ ਜਾ ਰਹੇ ਨੇ, ਸ਼ਾਇਦ ਉਹਨਾਂ ਨੂੰ ਇਹ ਚੀਜ਼ ਲੱਗਦੀ ਹੈ ਕਿ ਇੱਥੇ ਜਿਹੜੇ ਹਾਲਾਤ ਨੇ ਰਹਿਣ ਲਾਇਕ ਨਹੀਂ ਹੈਗੇ, ਸੈਟਿਸਫੈਕਟਰੀ ਵਰਕਿੰਗ ਲਿਵਿੰਗ ਕੰਡੀਸ਼ਨਸ ਨਹੀਂ ਹੈਗੇ, ਤੇ ਇੱਥੇ ਸਾਨੂੰ ਉਹਨਾਂ ਪੈਸਾ ਨਹੀਂ ਮਿਲਦਾ ਜਿੰਨਾ ਸਾਨੂੰ ਕੈਨੇਡਾ ਮਿਲ ਸਕਦਾ ਹੈ। ਤਾਂ ਆਹ ਚੀਜ਼ਾਂ ਉਹਨਾਂ ਦੇ ਲਈ ਕੀ ਹੋ ਗਈਆਂ, ਉਹ ਬੰਦਿਆਂ ਦੇ ਲਈ, ਉਹ ਬੱਚਿਆਂ ਦੇ ਲਈ ਕੀ ਹੋ ਗਈਆਂ, ਪੁਸ਼ ਫੈਕਟਰ ਹੋ ਗਈਆਂ, ਕਿਉਂਕਿ ਉਹਨਾਂ ਨੂੰ ਪੁਸ਼ ਕਰ ਰਹੀਆਂ ਨੇ ਬਾਹਰ ਜਾਣ ਦੇ ਲਈ, ਵੀ ਯਾਰ ਆਪਾਂ ਬਾਹਰ ਚੱਲੋ, ਬਾਹਰ ਜਾਓ, ਬਾਹਰ ਬਹੁਤ ਕੁਛ ਹੈ, ਉੱਥੇ ਤਾਂ ਪੈਸਾ ਬੜਾ ਹੈ, ਉੱਥੇ ਤਾਂ ਬੜਾ ਵਧੀਆ ਲਾਈਫ ਸਟਾਈਲ ਹੈ। ਤਾਂ ਇਸ ਤਰੀਕੇ ਦੇ ਨਾਲ ਉਹ ਜਿਹੜੀਆਂ ਆਹ ਵਾਲੀਆਂ ਗੱਲਾਂ ਕਹੀਆਂ ਕਿ ਲੋ ਵੇਜਿਸ ਐਂਡ ਲੈਕ ਆਫ ਸੈਟਿਸਫੈਕਟਰੀ ਵਰਕਿੰਗ ਐਂਡ ਲਿਵਿੰਗ ਕੰਡੀਸ਼ਨਸ ਉਹਨਾਂ ਦੇ ਲਈ ਪੁਸ਼ ਫੈਕਟਰ ਦਾ ਕੰਮ ਕਰਦੀਆਂ ਨੇ। ਠੀਕ ਹੈ, ਅੱਗੇ ਆ ਗਿਆ, social unrest, political conflicts and wars may also be the determining causes। ਹੁਣ ਕੁਝ ਹੋਰ ਪੁਸ਼ ਫੈਕਟਰ ਵੀ ਨੇ, ਕੀ ਨੇ, ਸੋਸ਼ਲ ਅਨਰੈਸਟ, ਉਹਨਾਂ ਨੂੰ ਸਮਾਜਿਕ ਆਰਾਮ ਨਹੀਂ ਮਿਲਦਾ, ਬੇਆਰਾਮੀ ਰਹਿੰਦੀ ਹੈ, ਸਮਾਜਿਕ ਬੇਆਰਾਮੀ ਰਹਿੰਦੀ ਹੈ। ਸਮਾਜਿਕ ਬੇਆਰਾਮੀ ਦਾ ਮਤਲਬ, ਸੋਸ਼ਲ ਅਨਰੈਸਟ ਦਾ ਮਤਲਬ ਕੀ ਹੋ ਗਿਆ, ਕਦੇ ਕੋਈ ਦੰਗੇ ਫਸਾਦ ਹੋ ਗਏ, ਹੈ ਨਾ, ਲੜਾਈਆਂ ਝਗੜੇ ਹੋ ਗਏ, ਇਸ ਤਰ੍ਹਾਂ ਦੇ ਸੋਸ਼ਲ ਅਨਰੈਸਟ ਹੋ ਗਏ। ਪੋਲੀਟੀਕਲ ਕੌਨਫਲਿਕਟਸ ਹੋ ਗਏ, ਰਾਜਨੀਤਿਕ ਝਗੜੇ ਹੋ ਗਏ, ਪੋਲਿਟਿਕਸ ਹੋ ਗਈ, ਹੈ ਨਾ, ਰਾਜਨੀਤੀ ਪਾਰਟੀਆਂ ਆਪਸ ਚ ਵੀ ਕੌਨਫਲਿਕਟ ਹੁੰਦੀਆਂ, ਉਹਨਾਂ ਦੇ ਆਪਸ ਵਿੱਚ ਝਗੜੇ, ਕੌਨਫਲਿਕਟਸ ਦਾ ਮਤਲਬ ਝਗੜੇ, ਐਂਡ ਵਾਰਸ, ਅਤੇ ਯੁੱਧ ਵੀ ਹੋ ਜਾਂਦੇ ਕਈ ਵਾਰੀ ਕਈ ਦੇਸ਼ਾਂ ਦੇ ਵਿੱਚ, ਜਿਵੇਂ ਅੱਜ ਕੱਲ ਬੇਟਾ ਤੁਸੀਂ ਖਬਰਾਂ 'ਚ ਪੜ੍ਹਦੇ ਹੋਣੇ, ਇਜ਼ਰਾਈਲ ਤੇ ਫਲਸਤੀਨ ਦੇਸ਼ਾਂ ਦੀ ਲੜਾਈ ਹੋ ਰਹੀ ਹੈ, ਰੋਜ਼ ਇੱਕ ਦੂਜੇ ਦੇ ਬੰਬ ਪੈ ਰਹੇ ਨੇ, ਇੱਕ ਦੂਜੇ ਦੇ ਵੱਲ ਸਿੱਟੇ ਜਾ ਰਹੇ ਨੇ, ਇਹ ਵਾਰਸ ਹੋ ਗਏ। ਹੁਣ ਜਿਹੜੇ ਉੱਥੇ ਦੇ ਲੋਕ ਰਹਿ ਰਹੇ ਨੇ, ਜਿਹੜੇ ਵਿਚਾਰੇ ਇਸ ਚੀਜ਼ ਨੂੰ ਫੇਸ ਕਰ ਰਹੇ ਨੇ ਇਜ਼ਰਾਈਲ ਤੇ ਫਿਲਿਸਤੀਨ ਦੇ ਵਿੱਚ, ਉਹ ਵਿਚਾਰੇ, ਉਹਨਾਂ ਦੇ ਲਈ ਉੱਥੇ ਦੇ ਜਿਹੜੇ ਉਹ ਗੱਲਾਂ ਨੇ ਉਹ ਪੁਸ਼ ਫੈਕਟਰ ਦਾ ਕੰਮ ਕਰਦੀਆਂ, ਵੀ ਯਾਰ ਇੱਥੋਂ ਨਿਕਲੋ, ਇੱਥੇ ਤਾਂ ਬਹੁਤ ਜ਼ਿਆਦਾ ਔਖਾ ਹੈ, ਇੱਥੇ ਤਾਂ ਕਦੇ ਵੀ ਜਾਨ ਜਾ ਸਕਦੀ ਹੈ, ਇਹ ਪੁਸ਼ ਫੈਕਟਰ ਹੋ ਗਿਆ ਵਾਰਸ। ਤਾਂ ਇਹ ਵੀ ਡਿਟਰਮਿਨਿੰਗ ਕਾਜ਼ਜ਼ ਨੇ, ਕਾਰਨ ਨੇ। ਇਹ ਡਿਟਰਮਿਨਿੰਗ ਕਾਜ਼ਜ਼ ਦਾ ਮਤਲਬ ਇਹ ਵੀ ਦੱਸਣ ਵਾਲੇ ਕਿ ਪੁਸ਼ ਫੈਕਟਰ ਕਿਹੜੇ ਨੇ, ਜੋ ਕਿ ਇੱਕ ਨਿਰਣਾਇਕ ਕਾਰਨ ਹੁੰਦੇ ਨੇ ਕਿ ਜਿਸ ਕਰਕੇ ਇੱਕ ਇਨਸਾਨ ਆਪਣਾ ਦੇਸ਼ ਛੱਡ ਕੇ ਜਾਂ ਆਪਣੀ ਜਗ੍ਹਾ ਛੱਡ ਕੇ, ਆਪਣੇ ਲੋਕਾਂ ਨੂੰ ਛੱਡ ਕੇ ਦੂਸਰੇ ਦੇਸ਼ਾਂ 'ਚ ਜਾਂਦਾ ਹੈ। ਤਾਂ ਇਹ ਤਾਂ ਹੋ ਗਏ ਬੇਟਾ ਇੱਥੋਂ ਲੈ ਕੇ ਪੁਸ਼ ਫੈਕਟਰਸ, ਠੀਕ ਹੈ ਜੀ, ਆਹ ਚੀਜ਼ ਤੋਂ ਲੈ ਕੇ ਇੱਥੇ ਤੱਕ ਇਹ ਪੁਸ਼ ਫੈਕਟਰ ਹੋ ਗਏ। ਲੇਕਿਨ ਤੁਹਾਨੂੰ ਮੈਂ ਦੱਸਿਆ ਕਿ ਕੋਈ ਚੀਜ਼ਾਂ ਆਪਣੇ ਵੱਲ ਖਿੱਚਦੀਆਂ ਨੇ, ਉਹ ਕੀ ਹੁੰਦੀਆਂ ਨੇ, ਪੁਲ ਫੈਕਟਰਸ। ਹੁਣ ਆਪਾਂ ਉਹ ਪੜ੍ਹਦੇ ਹਾਂ, ਕਹਿੰਦੇ ਜਿਹੜੇ ਪੁਲ ਫੈਕਟਰਸ ਨੇ ਉਹ however include intellectual freedom and substantial funds for research। ਹੁਣ ਪੁਲ ਫੈਕਟਰ 'ਚ ਕਿਹੜੇ ਆ ਗਏ ਕਿ ਉਹਦੇ ਵਿੱਚ ਆ ਜਾਂਦੀ ਹੈ ਇੰਟੈਲੈਕਚੁਅਲ ਫਰੀडम, ਕਿ ਉਹਨਾਂ ਦੀ ਆਜ਼ਾਦੀ, ਫਰੀडम ਆਜ਼ਾਦੀ, ਇੰਟੈਲੈਕਚੁਅਲ ਮਤਲਬ ਕਿ ਉਹਨਾਂ ਦੀ ਜਿਹੜੀ ਇੰਟੈਲੀਜੈਂਸ ਤੋਂ ਬਣਦਾ ਬੇਟਾ ਇੰਟੈਲੈਕਚੁਅਲ, ਹੈ ਨਾ। ਤਾਂ ਉਹ ਜਿਹੜੀ ਆਜ਼ਾਦੀ ਹੈ ਕਿ ਆਪਣੇ ਦਿਮਾਗ ਨਾਲ ਕੁਝ ਵੀ ਉਹ ਕਰ ਸਕਦੇ ਨੇ, ਬੋਲ ਸਕਦੇ ਨੇ, ਲਿਖ ਸਕਦੇ ਨੇ, ਹੈ ਨਾ, ਇੱਧਰ ਉੱਧਰ ਜਾ ਸਕਦੇ ਨੇ, ਤਾਂ ਇੰਟੈਲੈਕਚੁਅਲ ਫਰੀडम ਹੋ ਗਈ, ਜਾਂ ਕੁਝ ਪੜ੍ਹ ਸਕਦੇ ਨੇ, ਇਹ ਵੀ ਹੋ ਗਈ। ਐਂਡ ਸਬਸਟੈਂਸ਼ੀਅਲ ਫੰਡਸ ਫॉर ਰਿਸਰਚ, ਅਤੇ ਜੇਕਰ ਉਹਨਾਂ ਨੇ ਕੋਈ ਖੋਜ ਵਗੈਰਾ ਦਾ ਕੰਮ ਕਰਨਾ ਹੈ, ਰਿਸਰਚ ਦਾ ਕੰਮ ਕਰਨਾ ਹੈ, ਤਾਂ ਕਾਫੀ ਜ਼ਿਆਦਾ ਉਹਨਾਂ ਕੋਲੇ ਪੈਸਾ ਵੀ ਹੁੰਦਾ ਹੈ। ਸਬਸਟੈਂਸ਼ੀਅਲ ਫੰਡਸ, ਕਾਫੀ ਜ਼ਿਆਦਾ ਤਾਦਾਦ ਦੇ ਵਿੱਚ ਉਹਨਾਂ ਕੋਲੇ ਪੈਸਾ ਹੁੰਦਾ ਹੈ, ਉਹ ਚੀਜ਼ ਉਹਨਾਂ ਨੂੰ ਖਿੱਚਦੀ ਹੈ ਆਪਣੇ ਵੱਲ। ਹੁਣ ਕਈ ਦੇਖੋ, ਆਪਣੇ ਤਾਂ ਜਿਹੜੇ ਬੱਚੇ ਜਾਂਦੇ ਨੇ ਪੰਜਾਬ ਤੋਂ ਕੈਨੇਡਾ, ਉਹ ਤਾਂ ਇਹ ਸੋਚ ਕੇ ਜਾਂਦੇ ਨੇ ਜੀ ਕਿ ਉੱਥੇ ਤਾਂ ਜ਼ਿੰਦਗੀ ਬਹੁਤ ਵਧੀਆ, ਉੱਥੇ ਸਾਨੂੰ ਨੌਕਰੀ ਮਿਲੂਗੀ, ਅਸੀਂ ਪੈਸਾ ਕਮਾਵਾਂਗੇ। ਲੇਕਿਨ ਕੁਝ ਤੁਸੀਂ ਲਾ ਲਓ ਕਿ ਵਿਦਵਾਨ ਲੋਕ, ਜਿਹੜੇ ਸਪੋਜ਼ ਕਰੋ ਬਹੁਤ ਹੀ ਪੜ੍ਹੇ ਲਿਖੇ ਲੋਕ ਨੇ, ਉਹ ਕਹਿੰਦੇ ਨੇ ਕਿ ਅਸੀਂ ਕੈਨੇਡਾ ਇਸ ਕਰਕੇ ਜਾਣਾ ਹੈ ਕਿਉਂਕਿ ਉੱਥੇ ਸਾਨੂੰ ਰਿਸਰਚ ਦੇ ਕੰਮ 'ਚ ਬਹੁਤ ਅੱਛਾ ਵਾਤਾਵਰਨ ਮਿਲਦਾ ਹੈ, ਉੱਥੇ ਬਹੁਤ ਅੱਛੀ ਸਾਨੂੰ ਫਰੀडम ਮਿਲਦੀ ਹੈ। ਤਾਂ ਇਹ ਕਾਰਨ ਵੀ ਨੇ ਜਿਸ ਕਰਕੇ ਪੜ੍ਹੇ ਲਿਖੇ ਲੋਕ ਬਾਹਰਲੇ ਦੇਸ਼ਾਂ 'ਚ ਜਾਂਦੇ ਨੇ। ਤਾਂ ਇਹ ਉਹਨਾਂ ਦੇ ਲਈ ਕੀ ਹੋ ਗਏ, ਪੁਲ ਫੈਕਟਰਸ ਹੋ ਗਏ, ਕਿਉਂਕਿ ਉੱਥੋਂ ਦੀਆਂ ਗੱਲਾਂ ਨੇ, ਇਹ ਬਾਹਰਲੇ ਦੇਸ਼ ਦੀਆਂ ਚੰਗੀਆਂ ਗੱਲਾਂ ਨੇ ਜਿਹੜੀਆਂ ਕਿ ਉਹਨਾਂ ਨੂੰ ਆਪਣੇ ਵੱਲ ਖਿੱਚਦੀਆਂ ਨੇ, ਇਹ ਪੁਲ ਫੈਕਟਰਸ ਹੋ ਗਏ। Brain drain has negative impact on the economic prospects and competitiveness of sender countries। ਪਰ ਇਹਦਾ ਨੁਕਸਾਨ ਕੀ ਹੋ ਰਿਹਾ, ਇਹ ਹੋ ਗਿਆ ਬ੍ਰੇਨ ਡਰੇਨ, ਹੈ ਨਾ, ਬ੍ਰੇਨ ਡਰੇਨ, ਆਪਣਾ ਦੇਸ਼ ਛੱਡ ਕੇ ਦੂਜੇ ਦੇਸ਼ ਜਾਣਾ। ਪਰ ਇਹਦਾ ਨੈਗੇਟਿਵ ਅਸਰ ਪੈਂਦਾ ਬੇਟਾ, ਨਾ ਪੱਖੀ ਅਸਰ ਪੈਂਦਾ ਹੈ ਕਿਹਦੇ ਤੇ, ਅਰਥ ਵਿਵਸਥਾ ਤੇ, ਇਕਨੋਮਿਕ ਪ੍ਰੋਸਪੈਕਟਸ। ਆਪਾਂ ਕੱਲ ਵੀ ਅਰਥ ਵਿਵਸਥਾ ਵਾਲਾ ਨਾ ਚੈਪਟਰ ਕਰਿਆ ਸੀਗਾ, ਇੱਕ ਕੰਪਰੀਹੈਂਸ਼ਨ ਕਰਿਆ ਸੀ ਕਿ ਉਸ ਦੀ ਜਿਹੜੀ ਆਪਣੇ ਦੇਸ਼ ਦਾ ਸੈਂਡਿੰਗ ਕੰਟਰੀ, ਸੈਂਡਰ ਕੰਟਰੀ, ਸੈਂਡਰ ਦਾ ਮਤਲਬ ਭੇਜਣ ਵਾਲਾ। ਜੇ ਸਪੋਜ਼ ਕਰੋ ਸਾਡੇ ਪੰਜਾਬ, ਭਾਰਤ ਦੇ ਵਿੱਚੋਂ ਬੱਚੇ ਜਾ ਰਹੇ ਨੇ, ਤਾਂ ਸਾਡਾ ਭਾਰਤ ਕੀ ਹੋ ਗਿਆ, ਸੈਂਟਰ ਕੰਟਰੀ ਹੋ ਗਿਆ, ਹੈ ਨਾ। ਤਾਂ ਸੈਂਟਰ ਕੰਟਰੀ ਦੇ ਉੱਤੇ ਜਿਹੜੇ ਉਸਦੀ ਅਰਥ ਵਿਵਸਥਾ ਹੈ, ਜਾਂ ਉਹਦੇ 'ਚ ਜਿਹੜੀ ਕੰਪੀਟੀਟਿਵਨੈਸ ਦੀ ਭਾਵਨਾ ਹੈ, ਜਿਵੇਂ ਕਿ ਮੁਕਾਬਲੇ ਦੀ ਭਾਵਨਾ, ਉਹਦੇ ਤੇ ਬਹੁਤ ਜ਼ਿਆਦਾ ਬੁਰਾ ਅਸਰ ਪੈਂਦਾ ਹੈ। ਹੁਣ ਇੱਥੇ ਕੰਪੀਟੀਟਿਵਨੈਸ ਦਾ ਮਤਲਬ ਕੀ ਹੋ ਗਿਆ, ਦੇਖੋ ਬੇਟਾ, ਜੇਕਰ ਸਾਡੇ ਕੋਲੇ ਅੱਛੇ ਪੜ੍ਹੇ ਲਿਖੇ ਲੋਕ ਰਹਿਣਗੇ ਹੀ ਨਹੀਂ, ਤਾਂ ਸਾਡੇ ਦੇਸ਼ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਕਿੱਥੇ ਵਿਚਾਰੀਆਂ ਕੰਪੀਟੀਸ਼ਨ ਕਰਨਗੀਆਂ ਬਾਕੀ ਦੇਸ਼ਾਂ ਦੀ ਚੀਜ਼ਾਂ ਦੇ ਨਾਲ।
ਤਾਂ ਕੰਪੀਟੀਟਿਵਨੈਸ 'ਚ ਵੀ ਅਸੀਂ ਪਿੱਛੇ ਰਹਿ ਜਾਾਂਗੇ ਅਤੇ ਫਿਰ ਸਾਡੀ ਇਕਨੋਮਿਕ ਜਿਹੜਾ ਪ੍ਰੋਸਪੈਕਟ ਹੈ, ਅਰਥ ਵਿਵਸਥਾ ਸਾਡੀ ਉਹ ਵੀ ਜ਼ਿਆਦਾ ਫਲਰਿਸ਼ ਨਹੀਂ ਹੋਏਗੀ। ਅੱਗੇ ਕੀ ਹੈ ਜੀ, ਹੋਰ ਕੀ ਅਸਰ ਪੈਂਦਾ ਹੈ? It reduces the number of dynamic and creative people who can contribute to the development of their country. It ਦਾ ਮਤਲਬ ਫਿਰ ਬ੍ਰੇਨ ਡਰੇਨ ਹੈ ਕਿ ਬ੍ਰੇਨ ਡਰੇਨ ਦੇ ਨਾਲ ਜਿਹੜੇ ਕ੍ਰੀਏਟਿਵ ਪੀਪਲ ਨੇ, ਕ੍ਰੀਏਟਿਵ ਮਤਲਬ ਜੋ ਉਸਾਰੂ ਸੋਚ ਰੱਖਦੇ ਨੇ, ਨਵੀਨ ਸੋਚ ਰੱਖਦੇ ਨੇ, ਹੈ ਨਾ, ਕੋਈ ਵਧੀਆ ਚੀਜ਼ ਜੋ ਬਣਾ ਸਕਦੇ ਨੇ ਦੇਸ਼ 'ਚ ਰਹਿ ਕੇ, ਡਾਇਨਾਮਿਕ ਨੇ, ਡਾਇਨਾਮਿਕ ਕੇ ਬਹੁਤ ਹੀ ਉਹਨਾਂ ਦੀ ਵਧੀਆ ਸੋਚ ਹੈ, ਡਾਇਨਾਮਿਕ ਹੈ, ਜੋ ਖੜੀ ਨਹੀਂ ਹੈ, ਜੋ ਹਮੇਸ਼ਾ ਕੁਛ ਨਾ ਕੁਛ ਸੋਚਦੀ ਰਹਿੰਦੀ ਹੈ, ਨਵੀਂ ਨਵੀਂ ਚੀਜ਼ਾਂ ਦੀ ਕਾਢ ਕੱਢਦੀ ਰਹਿੰਦੀ ਹੈ, ਉਹ ਆਪਣੇ ਦੇਸ਼ ਦੇ ਵਿਕਾਸ ਦੇ ਵਿੱਚ ਵੀ ਕੰਟਰੀਬਿਊਟ ਕਰ ਸਕਦੇ ਨੇ, ਹੈਲਪ ਕਰ ਸਕਦੇ ਨੇ, ਪਰ ਨਹੀਂ ਕਰ ਪਾ ਰਹੇ ਕਿਉਂਕਿ ਉਹ ਤਾਂ ਰਹਿ ਹੀ ਨਹੀਂ ਰਹੇ। ਉਹ ਕੰਟਰੀਬਿਊਟ ਤਾਂ ਕਰਨਗੇ ਨਾ ਆਪਣੇ ਦੇਸ਼ ਦੇ ਸਾਰੇ ਕੰਮਾਂ ਦੇ ਵਿੱਚ, ਕ੍ਰੀਏਟਿਵ ਪੀਪਲ ਨੇ, ਉਹ ਤਾਂ ਸਾਡੇ ਦੇਸ਼ ਦਾ ਇਹ ਅਰਥ ਵਿਵਸਥਾ ਨੂੰ ਅੱਛਾ ਬਣਾਉਣਗੇ ਜੇ ਉੱਥੇ ਰਹਿਣਗੇ। ਜੇ ਉੱਥੇ ਰਹਿਣਗੇ ਹੀ ਨਹੀਂ, ਬਾਹਰ ਭੱਜੀ ਜਾਣਗੇ, ਤਾਂ ਸਾਡੇ ਦੇਸ਼ ਦਾ ਕੀ ਬਣੂਗਾ? ਇਹ ਗੱਲਾਂ ਤੇ ਇਹਦੇ ਇੱਥੇ ਵੀ ਸਾਨੂੰ ਨੁਕਸਾਨ ਹੋ ਗਿਆ। ਲਾਈਕਵਾਈਜ਼ ਵਿਦ ਮੋਰ entrepreneurs taking their investments abroad, developing countries are missing opportunity of wealth creation. Entrepreneur ਕੱਲ ਵੀ ਵਰਡ ਆਇਆ ਸੀ ਬੇਟਾ, ਇਹ ਉਦਮੀ ਲੋਕਾਂ ਨੂੰ ਕਿਹਾ ਜਾਂਦਾ ਜੋ ਪੂੰਜੀ ਲੋਕ ਲਗਾਉਂਦੇ ਨੇ, ਹੈ ਨਾ। ਇਸੇ ਤਰ੍ਹਾਂ ਹੁਣ ਜਿਹੜੇ ਉਦਮੀ ਲੋਕ ਨੇ, ਠੀਕ ਹੈ, ਜੋ ਪੈਸਾ ਲਗਾ ਸਕਦੇ ਨੇ, ਉਹ ਆਪਣਾ ਪੈਸਾ ਇਨਵੈਸਟਮੈਂਟ, ਆਪਣੀ ਜਿਹੜੀ ਇਨਵੈਸਟਮੈਂਟ ਕਰਨੀ ਹੈ ਉਹ ਅਬਰੋਡ ਲੈ ਜਾਂਦੇ ਨੇ, ਬਾਹਰਲੇ ਦੇਸ਼ਾਂ 'ਚ ਲੈ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਉੱਥੇ ਮਾਹੌਲ ਜ਼ਿਆਦਾ ਅੱਛਾ ਮਿਲਦਾ ਹੈ। ਤੇ ਇਹਦੇ ਨਾਲ ਕੀ ਹੋ ਜਾਂਦੇ ਆ ਫਿਰ ਕਿ ਜਿਹੜੀਆਂ ਡਿਵੈਲਪਿੰਗ ਕੰਟਰੀਜ਼, ਜੋ ਵਿਕਾਸਸ਼ੀਲ ਦੇਸ਼ ਨੇ ਸਾਡੇ ਇੰਡੀਆ ਵਰਗੇ, ਉਹਨਾਂ ਦੇ ਵਿੱਚ ਪੈਸਾ ਵਧੇ, ਵੈਲਥ ਕ੍ਰੀਏਸ਼ਨ ਹੋਵੇ, ਧਨ ਪੂਰਾ ਵਧੇ ਉਸ ਦੇ ਵਿੱਚ, ਤਾਂ ਉਹਦੇ ਵਿੱਚ ਉਹ ਵਿਚਾਰੇ ਮਿਸ ਕਰ ਜਾਂਦੇ ਨੇ ਉਹ ਮੌਕਾ। ਓਪਰਚੁਨਿਟੀ ਦਾ ਮਤਲਬ ਚਾਂਸ ਮਿਸ ਹੋ ਜਾਂਦਾ, ਯਾਨੀ ਕਿ ਡਿਵੈਲਪਿੰਗ ਕੰਟਰੀਜ਼ ਨੂੰ ਮੌਕਾ ਹੀ ਨਹੀਂ ਮਿਲਦਾ ਵਿਚਾਰੇ ਉਹ ਆਪਣੇ ਜਿਹੜੇ ਪੈਸੇ ਨੂੰ ਵਧਾ ਸਕਣ, ਅਰਥ ਵਿਵਸਥਾ ਨੂੰ ਵਧੀਆ ਕਰ ਸਕਣ, ਕਿਉਂਕਿ ਪੜ੍ਹੇ ਲਿਖੇ ਲੋਕ ਵੀ ਬਾਹਰ ਜਾਈ ਜਾ ਰਹੇ ਨੇ, ਤੇ ਜਿਹੜੇ ਨੇ ਪੈਸਾ ਲਗਾਉਣਾ ਹੈ, ਜਿਨ੍ਹਾਂ ਕੋਲੇ ਪੈਸਾ ਹੈ, ਜਿਹੜੇ ਇੱਥੇ ਉਦਯੋਗ ਲਗਾ ਸਕਦੇ ਨੇ, ਉਹ ਵੀ ਬਾਹਰ ਜਾਈ ਜਾ ਰਹੇ ਨੇ, ਉਹ ਵੀ ਜਾ ਕੇ ਬਾਹਰ ਪੈਸਾ ਲਗਾਉਂਦੇ। ਤਾਂ ਉਮੀਦ ਹੈ ਬੇਟਾ ਕਿ ਜਿਹੜਾ ਤੁਹਾਨੂੰ ਪੈਰਾ ਸਮਝ ਆ ਗਿਆ ਹੋਏਗਾ। ਪੈਰਾ ਥੋੜਾ ਜਿਹਾ ਸਮਝਣ ਵਾਲਾ ਹੁੰਦਾ, ਜੇ ਸਮਝ ਆ ਜਾਏ ਫਿਰ ਕੁਐਸਚਨਸ ਬਹੁਤ ਈਜ਼ੀ ਹੁੰਦੇ ਨੇ। ਜਿਵੇਂ ਦਾ ਪਹਿਲਾ ਹੀ ਕੁਐਸਚਨ ਹੈ, ਦਾ ਟਰਮ ਬ੍ਰੇਨ ਡਰੇਨ ਇਜ਼ ਆਲਸੋ ਰੈਫਰਡ ਟੂ ਐਜ਼। ਬ੍ਰੇਨ ਡਰੇਨ ਦਾ ਮਤਲਬ ਕੀ ਹੈ? ਪਹਿਲੀ ਲਾਈਨ ਦੇ ਵਿੱਚ ਹੀ ਆਨਸਰ ਹੈ ਬੇਟਾ। ਤਾਂ ਪਹਿਲੀ ਲਾਈਨ ਦੇ ਵਿੱਚ ਕੀ ਹੈ ਜੀ? ਹਿਊਮਨ ਕੈਪੀਟਲ ਫਲਾਈਟ। ਹੁਣ ਕਈ ਬੱਚੇ ਕੀ ਕਰਦੇ ਨੇ, ਆ ਕੈਪੀਟਲ ਫਲਾਈਟ ਪਿਆ ਨਾ ਮੂਰੇ, ਇਹਨੂੰ ਦੇਖ ਕੇ ਇੱਥੇ ਨਿਸ਼ਾਨੀ ਲਾ ਦਿੰਦੇ ਨੇ। ਨੋ, ਕੈਪੀਟਲ ਫਲਾਈਟ ਦਾ ਮਤਲਬ ਕੁਝ ਹੋਰ ਹੈ। ਕੈਪੀਟਲ ਫਲਾਈਟ ਦਾ ਮਤਲਬ ਜਦੋਂ ਸਿਰਫ ਪੈਸਾ ਜਾਵੇ ਬਾਹਰ, ਸਿਰਫ ਆਪਾਂ ਪੈਸਾ ਭੇਜ ਦਈਏ ਬਾਹਰ, ਉਹ ਹੋ ਗਿਆ ਕੈਪੀਟਲ ਫਲਾਈਟ। ਲੇਕਿਨ ਜੇ ਬੰਦਾ ਵੀ ਜਾਵੇ ਤਾਂ ਉਹਨੂੰ ਅਸੀਂ ਕੀ ਕਹਿੰਦੇ ਆ? ਹਿਊਮਨ ਕੈਪੀਟਲ ਫਲਾਈਟ। ਤਾਂ ਇਹ ਗਲਤ ਹੋ ਗਿਆ ਜੀ। ਸਾਡਾ ਆਨਸਰ ਕੀ ਹੈ? ਹਿਊਮਨ ਕੈਪੀਟਲ ਫਲਾਈਟ। ਤਾਂ ਕਾਲੀ ਨਹੀਂ ਕਰਨੀ, ਸਮਝ ਕੇ ਕਰਨਾ ਹੈ ਕਿ ਮਤਲਬ ਕੀ ਹੈ। ਤੇ ਪੁੱਲ ਫੈਕਟਰਸ ਜ਼ਰੂਰ ਆਏ ਨੇ, ਪੁਸ਼ ਫੈਕਟਰ ਜ਼ਰੂਰ ਆਏ ਨੇ, ਪਰ ਇਹਦਾ ਮਤਲਬ ਬ੍ਰੇਨ ਡਰੇਨ ਨਾਲ ਨਹੀਂ ਹੈ, ਇਹ ਅਲੱਗ ਚੀਜ਼ ਹੈ। ਠੀਕ ਹੈ ਜੀ, ਬ੍ਰੇਨ ਡਰੇਨ ਦਾ ਮਤਲਬ ਹਿਊਮਨ ਕੈਪੀਟਲ ਫਲਾਈਟ ਹੈ। ਦੂਸਰਾ ਕੁਐਸਚਨ ਹੈ ਜੀ, ਬ੍ਰੇਨ ਡਰੇਨ ਹੈਜ਼ ਟੈਰੀਬਲ ਕਨਸੀਕੁਐਂਸਿਸ ਔਨ ਦੀ ਇਕਨੋਮਿਕ ਡਿਵੈਲਪਮੈਂਟ ਆਫ। ਟੈਰੀਬਲ ਦਾ ਮਤਲਬ ਬਹੁਤ ਬੁਰੇ, ਕਨਸੀਕੁਐਂਸਿਸ ਦਾ ਮਤਲਬ ਨਤੀਜੇ। ਅਰਥ ਵਿਵਸਥਾ ਤੇ ਕਿਹਨਾਂ ਦੇਸ਼ਾਂ ਦੀ ਅਰਥ ਵਿਵਸਥਾ ਤੇ ਬ੍ਰੇਨ ਡਰੇਨ ਨੇ ਬਹੁਤ ਜ਼ਿਆਦਾ ਬੁਰੇ ਨਤੀਜੇ ਪਾਏ ਨੇ। ਤਾਂ ਮੈਂ ਤੁਹਾਨੂੰ ਦੱਸਿਆ ਸੀ ਬੇਟਾ 3 ਤਰ੍ਹਾਂ ਦੇ ਕੰਟਰੀਜ਼ ਹੁੰਦੇ ਨੇ ਨਾ, ਤੇ ਦੋ ਤਰ੍ਹਾਂ ਦੇ, ਸੌਰੀ, ਇੱਕ ਤਾਂ ਸੈਂਡਿੰਗ ਕੰਟਰੀਜ਼ ਜੋ ਭੇਜਦੇ ਨੇ, ਦੂਸਰੇ ਰਿਸੀਵਿੰਗ ਕੰਟਰੀਜ਼। ਹੁਣ ਇਹਦੇ ਵਿੱਚ ਡਿਵੈਲਪ ਤੇ ਅਨਡਿਵੈਲਪ ਵਾਲੀ ਤਾਂ ਗੱਲ ਹੀ ਨਹੀਂ ਆਈ। ਤੁਸੀਂ ਲਾਈਨ ਦੇਖੋ, ਲਾਈਨ ਕਿੱਥੋਂ ਚੱਕੀ ਗਈ? ਇਹ ਲਾਈਨ ਚੱਕੀ ਗਈ ਹੈ ਤੁਹਾਡੇ ਪੈਰੇ ਦੇ ਵਿੱਚੋਂ, ਇੱਥੋਂ ਦੇਖੋ, ਸੈਂਟਰ ਕੰਟਰੀਜ਼, ਆ ਦੇਖੋ, ਆਹ ਵਾਲੀ ਲਾਈਨ ਦੇਖੋ, ਬ੍ਰੇਨ ਡਰੇਨ ਵਾਲੀ। ਤਾਂ ਬ੍ਰੇਨ ਡਰੇਨ ਹੈਜ਼ ਨੈਗੇਟਿਵ ਇੰਪੈਕਟ ਔਨ ਦੀ ਇਕਨੋਮਿਕ ਪ੍ਰੋਸਪੈਕਟਸ ਐਂਡ ਕੰਪੀਟੀਟਿਵਨੈਸ ਆਫ ਸੈਂਡਰ ਕੰਟਰੀਜ਼। ਤਾਂ ਸੈਂਡਰ ਕੰਟਰੀਜ਼ ਦੇ ਹਿਸਾਬ ਨਾਲ ਅਸੀਂ ਇੱਥੇ ਸੈਂਡਿੰਗ ਕੰਟਰੀਜ਼ ਲਾਵਾਂਗੇ। ਠੀਕ ਹੈ, ਰਿਸੀਵਿੰਗ ਕੰਟਰੀ ਦਾ ਤਾਂ ਪੂਰੇ ਪੈਰੇ 'ਚ ਨਾਮ ਹੀ ਨਹੀਂ ਆਇਆ। ਤਾਂ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਆਨਸਰ ਦੇਵਾਂਗੇ ਜੀ, ਕਿ ਜਿਹੜੇ ਦੇਸ਼, ਜਿਨ੍ਹਾਂ ਦੇਸ਼ਾਂ ਤੋਂ ਜਾਂਦੇ ਨੇ ਲੋਕ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਉਹਨਾਂ ਦੇਸ਼ਾਂ ਦੇ ਉੱਪਰ ਬਹੁਤ ਜ਼ਿਆਦਾ ਬੁਰਾ ਅਸਰ ਪੈਂਦਾ ਉਹਨਾਂ ਦੀ ਅਰਥ ਵਿਵਸਥਾ ਤੇ। ਤੀਸਰਾ ਕੁਐਸਚਨ ਹੈ ਜੀ ਕਿ ਵਾਟ ਡੂ ਯੂ ਮੀਨ ਬਾय ਦਾ ਟਰਮ ਬ੍ਰੇਨ ਡਰੇਨ। ਬ੍ਰੇਨ ਡਰੇਨ ਦਾ ਮਤਲਬ ਕੀ ਹੈ? ਪਹਿਲੀ ਲਾਈਨ ਦੇ ਵਿੱਚ ਹੀ ਆਨਸਰ ਹੈ ਬੇਟਾ। ਇੱਥੋਂ ਚੱਕੋ, ਬ੍ਰੇਨ ਡਰੇਨ ਤੋਂ ਲੈ ਕੇ ਐਬਰੋਡ ਤੱਕ ਇਹਦਾ ਆਨਸਰ ਹੈ। ਇਹਦਾ ਸਿੰਪਲ ਆਨਸਰ ਹੈ, ਦੇਖ ਕੇ ਲਿਖਣਾ, ਕੋਈ ਚੱਕਰ ਵਾਲੀ ਗੱਲ ਹੀ ਨਹੀਂ। ਕਿ ਬ੍ਰੇਨ ਡਰੇਨ ਦਾ ਮਤਲਬ ਹੈ ਜਦੋਂ ਹਾਈਲੀ ਸਕਿਲਡ ਤੇ ਐਜੂਕੇਟਿਡ ਪੀਪਲ ਆਪਣਾ ਦੇਸ਼ ਛੱਡ ਕੇ ਬਾਹਰ ਦੇਸ਼ਾਂ 'ਚ ਜਾਂਦੇ ਨੇ ਰਹਿਣ ਦੇ ਲਈ, ਉਹ ਸੈਕਸ਼ਨ ਨੂੰ ਅਸੀਂ ਬ੍ਰੇਨ ਡਰੇਨ ਕਹਿੰਦੇ ਹਾਂ। ਫੋਰਥ ਕੁਐਸਚਨ ਹੈ ਜੀ ਕਿ enumerate the push factors that lead to brain drain। ਤਾਂ ਮੈਂ ਦੱਸਿਆ ਨਾ, ਬ੍ਰੇਨ ਡਰੇਨ ਕਿਹਦੇ ਕਰਕੇ ਹੁੰਦਾ ਹੈ? 2 ਫੈਕਟਰਸ ਕਰਕੇ ਹੁੰਦਾ, ਇੱਕ ਪੁਸ਼ ਫੈਕਟਰ ਤੇ ਇੱਕ ਪੁਲ ਫੈਕਟਰ। enumerate ਦਾ ਮਤਲਬ ਦੱਸੋ ਪੁਸ਼ ਫੈਕਟਰ ਕਿਹੜੇ-ਕਿਹੜੇ ਨੇ ਜਿਸ ਕਰਕੇ ਬ੍ਰੇਨ ਡਰੇਨ ਹੁੰਦਾ। ਹੁਣ ਇੱਥੇ ਪੁਲ ਫੈਕਟਰ ਦਾ ਨਾਮ ਨਹੀਂ ਲਿਆ ਗਿਆ, ਪੁਸ਼ ਫੈਕਟਰ ਦਾ ਨਾਮ ਲਿਆ ਗਿਆ। ਜਿਹੜੀਆਂ ਚੀਜ਼ਾਂ ਧੱਕਦੀਆਂ ਨੇ ਲੋਕਾਂ ਨੂੰ ਬਾਹਰ ਭੱਜਣ ਦੇ ਲਈ, ਉਹਨਾਂ ਨੂੰ ਕਹਿੰਦੇ ਤੁਸੀਂ ਜਾਓ, ਇੱਥੇ ਕੁਝ ਨਹੀਂ। ਤਾਂ ਉਹ ਕਿਹੜੀਆਂ ਚੀਜ਼ਾਂ ਨੇ ਜੀ? ਆਹ ਵਾਲੀ ਹੈ ਜੀ, ਦਾ ਪੁਸ਼ ਫੈਕਟਰਸ ਤੋਂ ਲੈ ਕੇ
ਸੋਸ਼ਲ ਅਨਰੈਸਟ ਵੀ ਵਿੱਚ ਹੀ ਆ ਜਾਂਦਾ ਤਾਂ ਡਿਟਰਮਿਨਿੰਗ ਕਾਜ਼ ਇਹ ਪੂਰਾ ਲਿਖ ਸਕਦੇ ਹੋ ਤੁਸੀਂ। ਆ 2 ਲਾਈਨਾਂ ਇਹਦਾ ਆਨਸਰ ਹੈ ਜੀ। ਠੀਕ ਹੈ, ਦਾ ਪੁਸ਼ ਫੈਕਟਰ ਤੋਂ ਲੈ ਕੇ ਡਿਟਰਮਿਨਿੰਗ ਕਾਜ਼ ਤੱਕ। ਤਾਂ ਇਹ ਇਹਦਾ ਡਾਇਰੈਕਟ ਕੁਐਸਚਨ ਦਾ 4 ਦਾ ਆਨਸਰ ਹੋ ਗਿਆ ਜੀ। fill in the blank with a suitable word from the passage ਚੋਂ ਸਾਨੇ suitable word ਭਰਨਾ ਹੈ। ਤਾਂ ਦੇਖੋ ਜਿਹੜਾ ਇਹ ਵਾਲਾ ਵਾਕ ਆਇਆ ਬੇਟਾ ਇਹ ਬਾਹਰੋਂ ਆਇਆ, ਇਹ ਪੈਰੇ ਦੇ ਵਿੱਚ ਨਹੀਂ ਆਇਆ, ਲੇਕਿਨ ਆਪਾਂ ਇਹਦੇ ਜਿਹੜਾ ਵਰਡ ਪਾਣਾ ਹੈ ਇੱਥੇ ਉਹ ਕਿਹੜਾ ਪਾਣਾ ਹੈ, ਪੈਰੇ ਚੋਂ। ਐਵਰੀ ਸਿਟੀਜ਼ਨ ਮਸਟ ਡੈਸ਼ ਫॉर ਦਾ ਡਿਵੈਲਪਮੈਂਟ ਆਫ ਦਾ ਨੇਸ਼ਨ ਹੋਲ ਹਾਰਟਿਡਲੀ। ਹਰ ਇੱਕ ਨਾਗਰਿਕ ਨੂੰ ਆਪਣੇ ਦੇਸ਼ ਦੇ ਵਿਕਾਸ ਦੇ ਵਿੱਚ ਪੂਰੇ ਮਨ ਧਨ ਦੇ ਨਾਲ ਡੈਸ਼ ਕਰਨੀ ਚਾਹੀਦੀ ਹੈ, ਹੈਲਪ ਕਰਨੀ ਚਾਹੀਦੀ ਹੈ, ਆਪਣਾ ਹਿੱਸਾ ਵਡਾਉਣਾ ਚਾਹੀਦਾ। ਤਾਂ ਕਿਹੜਾ ਵਰਡ ਆਇਆ ਸੀ, ਕੰਟਰੀਬਿਊਟ। ਕੰਟਰੀਬਿਊਟ ਸ਼ਬਦ ਆਇਆ ਸੀਗਾ ਜੀ, ਕੰਟਰੀਬਿਊਟ ਸ਼ਬਦ। ਤਾਂ ਅਸੀਂ ਇੱਥੇ ਲਿਖ ਦਾਂਗੇ ਕਿ ਆਪਣਾ ਹਿੱਸਾ ਪਾਣਾ ਚਾਹੀਦਾ ਹੈ ਹਰ ਇੱਕ ਇਨਸਾਨ ਨੂੰ ਆਪਣੇ ਦੇਸ਼ ਦੇ ਵਿਕਾਸ ਦੇ ਵਿੱਚ। ਤਾਂ ਕੰਟਰੀਬਿਊਟ ਸ਼ਬਦ ਆ ਗਿਆ ਜੀ, ਤਾਂ ਇਹ ਪਾ ਦੇਣਾ ਤੁਸੀਂ। ਓਕੇ ਜੀ, ਅੱਗੇ ਆ ਜਾਓ। 6 ਹੁੰਦਾ ਬੇਟਾ, ਤੁਹਾਨੂੰ ਪਤਾ ਹੈ ਕਿ ਇਹ ਹੁੰਦਾ ਜੀ ਸਾਡਾ ਮੈਚ ਕਰਨ ਵਾਲਾ। ਜਿਹੜੇ ਇਹ ਸੈਕਸ਼ਨ ਦੇ ਵਰਡਸ ਹੁੰਦੇ ਨੇ ਉਹ ਪੈਰੇ ਚੋਂ ਆਉਂਦੇ ਨੇ। ਕੌਨਫਲਿਕਟ ਸ਼ਬਦ ਅਸੀਂ ਦੇਖਿਆ ਸੀ, ਝਗੜੇ, ਰਿਡਿਊਸ ਦਾ ਮਤਲਬ ਘਟ ਜਾਣਾ ਹੈ ਨਾ। ਇਹ ਵਰਡ ਦੋਨੇ ਕਿੱਥੋਂ ਆਏ ਹੈ, ਉੱਪਰਲੇ ਪੈਰੇ ਚੋਂ। ਬਟ ਬੀ ਵਾਲੇ ਕਾਲਮ ਦੇ ਜਿਹੜੇ ਵਰਡਸ ਆਉਂਦੇ ਉਹ ਬਾਹਰੋਂ ਆਉਂਦੇ ਨੇ, ਸਾਨੇ ਏ ਨੂੰ ਬੀ ਦੇ ਨਾਲ ਮੈਚ ਕਰਨਾ ਹੁੰਦਾ। ਤਾਂ ਕੌਨਫਲਿਕਟ ਦਾ ਮਤਲਬ ਹੋ ਗਿਆ ਜੀ ਡਿਸਪਿਊਟ, ਡਿਸਪਿਊਟ ਦਾ ਮਤਲਬ ਹੀ ਝਗੜਾ ਹੀ ਹੁੰਦਾ। ਤੇ ਰਿਡਿਊਸ ਦਾ ਮਤਲਬ ਹੋ ਗਿਆ ਘਟ ਜਾਣਾ, ਡਿਕਰੀਜ਼, ਡਿਕਰੀਜ਼ ਆ ਗਿਆ ਜੀ। ਕਾਟੇ ਮਾਟੇ ਨਹੀਂ ਮਾਰਨੇ, ਪੂਰਾ ਆਨਸਰ ਲਿਖਣਾ ਹੈ। ਤੇ ਇਸ ਤਰੀਕੇ ਦੇ ਨਾਲ ਬੇਟਾ ਅਸੀਂ ਇਹ ਕੰਪਰੀਹੈਂਸ਼ਨ ਕਰ ਲਿਆ। ਉਮੀਦ ਹੈ ਕਿ ਬੇਟਾ ਤੁਹਾਨੂੰ ਇਹ ਸਾਰਾ ਕੰਪਰੀਹੈਂਸ਼ਨ ਸਮਝ ਆ ਗਿਆ।